चलिए शुरू करते हैं। ਲਓ ਜੀ ਤੁਹਾਨੂੰ ਇੱਕ ਹੋਰ ਗੱਲ ਸੁਣਾ ਦਈਏ। हाँ जी सुनाओ सुनाओ क्यों नहीं। ਇਹ ਰਾਵੀ ਚ ਆਇਆ ਜੀ ਫਲੱਡ। ਸਾਡਾ ਇਲਾਕੇ ਦੇ ਨਾਲ ਲੱਗਦੀ ਰਾਵੀ, हाँ दरिया ਦਰਿਆ ਰਾਵੀ ਜਿਹਨੂੰ ਕਹਿੰਦੇ ਆ ਨਾ ਜੀ। जी जी ਉਹਦੇ ਜਨਾਬ ਇਹ ਲਈ ਫਲੱਡ ਆਇਆ ਤੇ ਇਤਨਾ ਕੁ ਪਾਣੀ ਆਇਆ ਵੀ ਪੱਠੇ ਫਸਲਾਂ ਸਿਆਦ ਵੀਰੇ ਸਾਰਾ ਨਾ ਇਲਾਕਾ ਉਹ ओए होए ਡੁੱਬ ਗਿਆ। ਉੱਥੋਂ ਦੇ ਲੋਕਾਂ ਦੇ ਕੁਝ ਇੱਧਰਲੇ ਸਾਡੇ ਵਾਲੇ ਇਲਾਕੇ 'ਚ ਨਾ ਕੋਈ ਦੋਸਤਾਨੇ ਸੀ, ਯਾਰ यानी ਬੇਲੀ उन्होंने ਸੀ। बेचारा नु बड़ा मसला बढ़िया बड़ा मसला बढ़िया। उधर तूड़ी पट्टे तूड़ी पट्टियां तो डंगर बड़े था। डंगर भी हाँ। कई मरे विच ਉਹਨਾਂ 'ਚੋਂ ਨਾ ਇੱਕ ਬੰਦੇ ਨੇ ਕਰੀ ਸਲਾਹ ਵੀ ਚੱਲਦੇ ਆ ਯਾਰ ਫਲਾਣੇ ਬੰਦਿਆਂ ਕੋਲ, ਤੇ ਉੱਥੇ ਉਹਨਾਂ ਨੂੰ ਕਹਿੰਦੇ ਆ ਵੀ ਕੋਈ ਸਾਡੇ 4 ਦਿਨ ਨਾ ਟਪਵਾਓ ਕਿ ਸਾਡੇ ਪਾਣੀ ਜੋ ਆ ਗਿਆ। ਉਹ ਇੱਕ ਜਨਾਬ ਬਲੀ ਜਟਕਾ ਬੰਦਾ ਉਧਰੋਂ ਆ ਗਿਆ ਇੱਧਰ ਆਪਣੇ ਮਾਜਰਾਂ ਦੇ ਇਲਾਕੇ 'ਚ, ਸਮਝੋ ਆਪਣੇ ਪਿੰਡ ਆ ਗਿਆ, ਹਮੇਸ਼ਾ ਆ ਗਿਆ। अब दोस्त आना सी ਉਹਨੇ ਦੋਸਤ ਚਲੋ ਆਉਣਾ ਯਾਰ ਟਾਈਮ ਕੱਢੀਏ ਜੋਤੀ ਮੇਰੀ ਆਪਣੀ ਜ਼ਮੀਨ ਹਾਂ। ਵਾਈ ਸ਼ੈ ਨਹੀਂ ਹੁੰਦੀ। ਹਾਂ, ਉਹਨੇ ਕਿਹਾ ਵੀ ਯਾਰ ਇਸ ਤਰ੍ਹਾਂ ਕਰਕੇ ਸਾਡੇ ਆ ਗਿਆ ਉਧਰ ਫਲੱਡ, ਤੇ ਡੰਗਰਾਂ ਨੂੰ ਬਹੁਤ ਕਿੱਲਤ ਆ, ਸੁੱਕੇ ਦੀ ਵੀ ਤੇ ਪੱਠੇ ਵੀ ਕੋਈ ਨਹੀਂ, ਤੇ ਸਾਡੇ ਕੋਈ 4 ਦਿਨ ਨਾ ਟਪਾਓ। ਉਹਨੇ ਕਿਹਾ ਜੀ ਬਿਸਮਿਲ੍ਲਾ ਆ ਜਾਓ, ਆਹ ਤੁਸੀਂ ਲੈ ਆਓ ਡੰਗਰ ਆਪਣੇ, ਅਸੀਂ ਮੈਂ ਤੁਹਾਡੇ ਬੁਰੇ ਟਾਈਮ 'ਚ ਕੰਮ ਆਵਾਂਗੇ, ਲਿਆਓ। ਉਹਨਾਂ ਨੇ ਜਨਾਬ ਉਹਨੇ ਕੀ ਸੋਚਿਆ ਵੀ ਯਾਰ ਪਹਿਲੀ ਫਲੱਡ ਆਇਆ ਤੇ ਇਤਨਾ ਕੁ ਪਾਣੀ ਆਇਆ ਵੀ ਪੱਠੇ ਫਸਲਾਂ ਸਿਆਦ ਵੀਰੇ ਸਾਰਾ ਨਾ ਇਲਾਕਾ ਉਹ ਓਏ ਹੋਏ ਡੁੱਬ ਗਿਆ। ਉੱਥੋਂ ਦੇ ਲੋਕਾਂ ਦੇ ਕੁਝ ਇੱਧਰਲੇ ਸਾਡੇ ਵਾਲੇ ਇਲਾਕੇ 'ਚ ਨਾ ਕੋਈ ਦੋਸਤਾਨੇ ਸੀ, ਯਾਰ यानी ਬੇਲੀ उन्होंने ਸੀ। बेचारा नु बड़ा मसला बढ़िया बड़ा मसला बढ़िया। उधर तूड़ी पट्टे तूड़ी पट्टियां तो डंगर बड़े था। डंगर भी हाँ। कई मरे विच ਉਹਨਾਂ 'ਚੋਂ ਨਾ ਇੱਕ ਬੰਦੇ ਨੇ ਕਰੀ ਸਲਾਹ ਵੀ ਚੱਲਦੇ ਆ ਯਾਰ ਫਲਾਣੇ ਬੰਦਿਆਂ ਕੋਲ, ਤੇ ਉੱਥੇ ਉਹਨਾਂ ਨੂੰ ਕਹਿੰਦੇ ਆ ਵੀ ਕੋਈ ਸਾਡੇ 4 ਦਿਨ ਨਾ ਟਪਵਾਓ ਕਿ ਸਾਡੇ ਪਾਣੀ ਜੋ ਆ ਗਿਆ। ਉਹ ਇੱਕ ਜਨਾਬ ਬਲੀ ਜਟਕਾ ਬੰਦਾ ਉਧਰੋਂ ਆ ਗਿਆ ਇੱਧਰ ਆਪਣੇ ਮਾਜਰਾਂ ਦੇ ਇਲਾਕੇ 'ਚ, ਸਮਝੋ ਆਪਣੇ ਪਿੰਡ ਆ ਗਿਆ, ਹਮੇਸ਼ਾ ਆ ਗਿਆ। अब दोस्त आना सी ਉਹਨੇ ਦੋਸਤ ਚਲੋ ਆਉਣਾ ਯਾਰ ਟਾਈਮ ਕੱਢੀਏ ਜੋਤੀ ਮੇਰੀ ਆਪਣੀ ਜ਼ਮੀਨ ਹਾਂ। ਵਾਈ ਸ਼ੈ ਨਹੀਂ ਹੁੰਦੀ। ਹਾਂ, ਉਹਨੇ ਕਿਹਾ ਵੀ ਯਾਰ ਇਸ ਤਰ੍ਹਾਂ ਕਰਕੇ ਸਾਡੇ ਆ ਗਿਆ ਉਧਰ ਫਲੱਡ, ਤੇ ਡੰਗਰਾਂ ਨੂੰ ਬਹੁਤ ਕਿੱਲਤ ਆ, ਸੁੱਕੇ ਦੀ ਵੀ ਤੇ ਪੱਠੇ ਵੀ ਕੋਈ ਨਹੀਂ, ਤੇ ਸਾਡੇ ਕੋਈ 4 ਦਿਨ ਨਾ ਟਪਾਓ। ਉਹਨੇ ਕਿਹਾ ਜੀ ਬਿਸਮਿਲ੍ਲਾ ਆ ਜਾਓ, ਆਹ ਤੁਸੀਂ ਲੈ ਆਓ ਡੰਗਰ ਆਪਣੇ, ਅਸੀਂ ਮੈਂ ਤੁਹਾਡੇ ਬੁਰੇ ਟਾਈਮ 'ਚ ਕੰਮ ਆਵਾਂਗੇ, ਲਿਆਓ। ਉਹਨਾਂ ਨੇ ਜਨਾਬ ਉਹਨੇ ਕੀ ਸੋਚਿਆ ਵੀ ਯਾਰ ਉੱਥੇ ਆਪਾਂ ਜਾ ਤਾਂ ਰਹੇ ਆ, 2 ਭਰਾ ਸੀ ਤੇ ਇੱਕ ਉਹਨਾਂ ਦੀ ਮਾਂ ਸੀ। ਉਹਨਾਂ ਨੇ ਕਿਹਾ ਵੀ ਮਾਂ ਵੀ ਨਾਲ ਹੀ ਜਾਂਦੇ ਆ ਵੀ ਰੋਟੀਆਂ ਤਾਂ ਯਾਦ ਉਹਨਾਂ ਨੂੰ ਕਿਆ ਪਾਣਾ, ਵੀ ਆਪਣੇ ਸੱਜਣਾ ਵਿੱਚ ਰੋਟੀ ਆਪਣੀ ਮਾਂ ਪਕਾ ਕੇ ਦੇਈ ਜਾਊਗੀ, ਤੇ ਜਨਾਬ ਮੇਰੀ ਪੱਠਾ ਭਾੜਾ ਉਹ ਦੇਣਗੇ। ਨਾਲੇ ਚੀਜ਼ ਆ ਗਈ ਮਾਈ ਵਿਚਾਰੀ ਨੇ ਕੱਲੀ ਨੇ ਵੀ ਪਿੱਛੇ ਕੀ ਕਰਨਾ ਕਰਨਾ ਵੀ ਸੀ। ਚਲੋ ਪੁੱਤਰ ਆ ਉਹਨਾਂ ਔਲਾਦ ਦੇ ਆ ਨਾਲ ਹੀ ਚੱਲ ਰੋਟੀ ਪਾਣੀ ਨਾਲੇ ਸੇਵਾ ਮਾਂ ਦੀ। ਹਾਂ, ਬੁੱਢਾ ਕੋਈ ਨਹੀਂ ਸੀ। ਨਾ ਬੁੜਾ ਮਰਿਆ ਹੋਇਆ ਸੀ। ਅੱਛਾ ਉੱਥੋਂ ਜਨਾਬ ਲਈ ਚੱਲ ਪਏ ਉਹ ਮਾਲ ਲੈ ਕੇ ਤੇ ਨਾਲ ਮਰ ਗਏ। ਮਰਿਆ ਹੈ ਸੀਗਾ। ਉਹਨਾਂ ਨੇ ਕੀ ਕੰਮ ਕੀਤਾ ਜਨਾਬ ਮੇਰੀ ਵੀ, ਇੱਕ ਝੋਟੇ ਦੇ ਉੱਤੇ ਨਾ ਮੰਜੀ ਬੰਨ ਲਈ। ਵਾਹ ਸੱਡਾ ਸੀਗਾ ਇੱਕ ਉਹਨਾਂ ਦੇ, ਸੱਡੇ ਦੇ ਉੱਤੇ ਬੰਨ ਕੇ ਮੰਜੀ, ਉਹਦੇ ਉੱਤੇ ਕੋਈ 2 ਬਿਸਤਰੇ ਰੱਖ ਲਏ, ਉੱਤੇ ਜਨਾਬ ਪੀਪਾ ਆਟੇ ਦਾ ਰੱਖ ਲਿਆ, ਕੋਈ ਤਵਾ ਪਰਾਤ ਆਪਣਾ ਖਾਣ ਪਕਾਉਣ ਦਾ ਸਮਾਨ ਵੀ ਨਹੀਂ, ਬੁੱਢੀ ਦੇ ਨਾਲ ਤੋਰ ਲਈ। ਉਹ ਜਨਾਬ ਤੁਰ ਪਏ। ਹਾਂ, ਜਦੋਂ ਅੱਲਾ ਮਾਫ ਕਰੇ ਕਿਸੇ ਦੀ ਮੁਸੀਬਤ ਮੁਸੀਬਤ ਸੀ, ਹਾਂ। तो ਇਸ ਵਜ੍ਹਾ ਤੋਂ ਫਿਰ ਕਰਨਾ ਹੀ ਪੈਂਦਾ ਜੀ। ਤੇ ਉਹ ਲੋਕ ਨਾ ਧੋਤੀਆਂ ਪਾਉਂਦੇ ਸੀ, ਔਰਤਾਂ ਵੀ ਬੰਦੇ ਵੀ, ਮਤਲਬ ਹਾਂ। ਚਾਦਰਾਂ ਬੰਨਦੇ ਆ। ਹੁਣ ਵੀ ਸਾਡੇ ਰਿਵਾਜ ਇੱਧਰ ਵੀ ਚਾਦਰ ਲੋਕ ਲਾ ਲਓ ਤਹਿਮਤ ਲਾ ਲਓ ਜੋ ਹਾਂ ਕਹਿੰਦੇ ਆ। ਤਹਿਮਤ ਉਹ ਬੰਦੇ। ਹੁਣ ਜਨਾਬ ਅਲੀ ਜਿਸ ਵੇਲੇ ਕੋਈ ਮੀਲ ਇੱਕ ਸਫ਼ਰ ਕਰਿਆ ਨਾ, ਤੇ ਬੁੱਢੀ ਥੱਕ ਗਈ ਫਾਕੀ। ਅੱਛਾ ਉਹ ਮੁੰਡੇ ਲੱਗੇ ਕਹਿਣ ਵੀ ਯਾਰ ਬੁੱਢੀ ਥੱਕ ਗਈ, ਇਹਦੇ ਕੋਲ ਟੁਰਿਆ ਜਾ ਰਿਹਾ, ਤੇ ਇਹਨੂੰ ਨਾ ਆਪਾਂ ਉੱਤੇ ਚੜਾ ਦਈਏ ਝੋਟੇ ਤੇ। ਬਾਦ ਅਕਬਰ ਬਾਦਸ਼ਾਹ ਦੇ ਟਾਈਮ ਦੀ ਗੱਲ ਹੈ ਕਿ ਉਹਦੇ 2 ਵਜ਼ੀਰ ਸੀ, ਇੱਕ ਬੀਰਬਲ ਤੇ ਇੱਕ ਮੁੱਲਾ ਦਾ ਭਿਆਜਾ। ਅੱਛਾ, ਹੁਣ ਕਚਹਿਰੀ ਲੱਗੀ ਹੋਵੇ। ਅੱਛਾ ਕਚਹਿਰੀ ਬੈਠੀ ਹੈ ਜਨਾਬ ਅਲੀ, ਜਿਹੜਾ ਮੁੱਲਾ ਦਾ ਭਿਆਜਾ ਉਹ ਮੁਸਲਮਾਨ ਸੀ, ਤੇ ਬੀਰਬਲ ਸੀ ਜਿਹੜਾ ਉਹ ਹਿੰਦੂ ਸੀ। ਆਜੋ ਵਾਲੇਕੁਮ ਸਲਾਮ, ਉੱਤੇ ਨੂੰ ਲੰਘ ਜੀ। ਅੱਛਾ, ਉਹਨਾਂ ਦੀ ਜਿਹੜਾ ਆਪਸ ਵਿੱਚ ਜਿਹੜੀ ਬਣਦੀ ਨਹੀਂ ਸੀ, ਯਾਨੀ ਕਿ ਇੱਕ ਦੂਸਰੇ ਨੂੰ ਨੀਵਾਂ ਦਿਖਾਉਣਾ ਚਾਹੁੰਦੇ ਸੀ। ਉਹ ਜਨਾਬ ਨਾ ਜਿਹੜਾ ਮੁੱਲਾ ਦਾ ਭਿਆਜਾ ਸੀ ਨਾ, ਉਹਦਾ ਜਨਾਬ ਲਈ ਪੱਦ ਨਿਕਲ ਗਿਆ। ਹੁਣ ਬੀਰਬਲ ਕਹਿ ਰਿਹਾ ਬਾਦਸ਼ਾਹ ਸਲਾਮਤ, ਇਹਨੇ ਕਚਹਿਰੀ 'ਚ ਮਾਰਿਆ ਪੱਦ, ਇਹਨੂੰ ਸਜ਼ਾ ਹੋਣੀ ਚਾਹੀਦੀ। ਉਹਨੇ ਕਿਹਾ ਕੀ ਸਜ਼ਾ? ਉਹਨੇ ਕਿਹਾ ਜੀ ਇਹਨੂੰ ਮੁਲਕ ਬਦਲ ਕਰ ਦਿਓ। ਉਹ ਜਨਾਬ ਭਾਈ ਬਾਦਸ਼ਾਹ ਨੇ ਆਰਡਰ ਕਰਤਾ, ਚੱਲ ਬਈ ਮੁੱਲਾ ਦੇ ਪੈਸੇ ਇੰਨੇ ਸਾਲਾਂ ਵਾਸਤੇ ਤੂੰ ਮੁਲਕ ਬਦਲ। ਉਹ ਭੇਜਦਾ ਜਨਾਬ ਅਲੀ। ਅੱਛਾ ਉਹ ਕੁਛ ਸਾਲ ਰਿਹਾ, 2 ਸਾਲ ਰਿਹਾ, ਉਸ ਤੋਂ ਬਾਅਦ ਜਨਾਬ ਅਲੀ ਉਹ ਵਾਪਸ ਆਇਆ। ਉਹਨੇ ਆ ਕੇ ਬਾਦਸ਼ਾਹ ਨੂੰ
ਮਿਲਿਆ ਵਜ਼ੀਰਾਂ ਨੂੰ ਸਾਰਿਆਂ ਨੂੰ ਮਿਲਿਆ। ਉਹਨੇ ਬਾਦਸ਼ਾਹ ਨੂੰ ਕਿਹਾ ਵੀ ਮੈਂ ਬਾਦਸ਼ਾਹ ਸਲਾਮਤ ਇੱਕ ਨਵੀਂ ਫਸਲ ਹੀਰੇ ਜਵਾਹਰਾਤ ਦੀ ਸਿੱਖ ਕੇ ਆਇਆ। ਉਹਨੇ ਕਿਹਾ ਹੀਰੇ ਜਵਾਹਰਾਤ ਦੀ ਫਸਲ? ਉਹਨੇ ਕਿਹਾ ਹਾਂਜੀ ਫਸਲ ਹੀਰੇ ਜਵਾਹਰਾਤ ਦੀ ਫਸਲ ਸਿੱਖ ਕੇ ਆਇਆ ਮੈਂ, ਤੇ ਉਹ ਮੈਂ ਬੀਜ ਸਕਦਾ ਆ ਤੇ ਹੀਰੇ ਜਵਾਹਰਾਤ ਲੱਗਣਗੇ ਉਹਨੂੰ। ਉਹਨੇ ਕਿਹਾ ਫਿਰ ਬੀਜ? ਉਹਨੇ ਕਿਹਾ ਜੀ ਇਸ ਤਰ੍ਹਾਂ ਨਹੀਂ, ਮੈਂ ਪਹਿਲੇ ਜਗ੍ਹਾ ਸੂੰਘਾਂਗਾ, ਜਗ੍ਹਾ ਮੈਨੂੰ ਜਿਹੜੀ ਸੂੰਘ ਵਿੱਚ ਪਸੰਦ ਆਏਗੀ ਉੱਥੇ ਮੈਂ ਜਨਾਬ ਲਈ ਉਹ ਬੀਜ ਸਕਦਾ। ਉਹਨੇ ਕਿਹਾ ਠੀਕ। ਉਹਨੇ ਫੇਰਿਆ ਦੇਣੇ ਜਿਹੜਾ ਮੁੱਲਾਂ ਦੇ ਪਿਆਜੇ ਦਾ ਮਕਾਨ ਸੀ ਨਾ, ਵੀਰਵਾਲ ਦਾ ਮਕਾਨ ਸੀ, ਇੱਥੇ ਕੋਠੀ ਸੀ ਵੀਰਵਾਲ ਦੀ, ਕਹਿੰਦਾ ਜੀ ਆਹ ਜਗ੍ਹਾ ਮੈਨੂੰ ਪਸੰਦ ਆਈ, ਇੱਥੇ ਉਹ ਹੀਰੇ ਜਵਾਹਰਾਤ ਬੀਜੇ ਜਾ ਸਕਦੇ ਹਨ। ਅਕਬਰ ਬਾਦਸ਼ਾਹ ਨੇ ਆਰਡਰ ਦੇ ਦਿੱਤਾ ਵੀ ਖਤਮ ਕਰ ਦਿਓ, ਮਿੰਟ ਮਾਰੋ। ਮਿੰਟ ਮਾਰੇ ਜਨਾਬ, ਕੋਠੀਆਂ ਲੱਗੀਆਂ ਗਈਆਂ। ਠੀਕ। ਹੁਣ ਉੱਥੇ ਜਨਾਬ ਨੇ ਉਹਨੇ ਜ਼ਮੀਨ ਬੁਆਈ, ਤਿਆਰ ਕਰੀ, ਬਿਹਤਰੀਨ ਜ਼ਮੀਨ ਬਣਾਈ, ਬਣਾ ਕੇ ਜਨਾਬ ਜੀ ਜੌਂ ਬੀਜ ਜੌਂ ਜਿਸ ਟਾਈਮ ਜੌਂ ਬੀਜੇਗੇ ਉਹ ਜਨਾਬ ਨਾ ਜਿਸ ਟਾਈਮ ਜੌਂ ਐਡੇ ਹੋ ਗਏ, ਸਰਦੀ ਦਾ ਮੌਸਮ ਸੀ, ਤਰੇਲ ਪੈਂਦੀ ਸੀ, ਤਰੇਲ ਪਈ ਜੌਂ ਦੇ ਉੱਤੇ ਜਨਾਬ ਨੇ ਉਹ ਸੂਰਜ ਜਿਸ ਟਾਈਮ ਨਿਕਲਦਾ ਹੈ, ਫਿਰ ਉਹ ਤਰੇਲ ਦੇ ਕਤਰਿਆਂ ਦੇ ਵਿੱਚ ਰੋਸ਼ਨੀ ਆਉਂਦੀ ਸੂਰਜ ਦੀ, ਤੇ ਉਹ ਹੀਰੇ ਜਵਾਹਰਾਤ ਹੀ ਲੱਗਦੇ ਆ ਕਿ ਵਾਕਈ ਮੋਤੀ। ਉਹਨਾਂ ਕਿਹਾ ਜੀ ਆ ਬਾਦਸ਼ਾਹ ਨੇ ਪੁੱਛਿਆ ਹਾਂ ਬਈ ਤਿਆਰ ਹੋ ਗਏ ਮੁੱਲਾਂ ਦੇ ਪਿਆਜੇ? ਉਹਨੇ ਕਿਹਾ ਜੀ ਤਿਆਰ ਆ। ਉਹਨੇ ਕਿਹਾ ਫਿਰ ਚਲੋ, ਉਹਨੇ ਕਿਹਾ ਸੁਬਾਹ ਚੱਲਾਂਗੇ। ਸੁਬਾਹ ਚਲੇ ਗਏ, ਸੂਰਜ ਨਿਕਲਿਆ। ਬਾਦਸ਼ਾਹ ਨੇ ਕਿਹਾ ਵਾਕਈ ਹੀਰੇ ਜਵਾਹਰਾਤ ਤੂੰ ਬੀਜੇ ਆ ਔਰ ਵਾਕਈ ਹੀਰੇ ਜਵਾਹਰਾਤ। ਉਹਨੇ ਕਿਹਾ ਫਿਰ ਇਹਨੂੰ ਹੁਣ ਤੋੜ ਕੇ ਦਿਖਾ ਦੇ ਮੁੱਲਾਂ ਦੇ ਪਿਆਜੇ। ਉਹਨੇ ਕਿਹਾ ਜੀ ਮੈਂ ਨਹੀਂ ਤੋੜ ਸਕਦਾ। ਉਹਨੇ ਕਿਹਾ ਫਿਰ? ਉਹਨੇ ਕਿਹਾ ਜੀ ਉਹੀ ਤੋੜਾਗਾ ਜਿਹਦਾ ਪੱਦ ਨਾ ਨਿਕਲੇ। ਬਾਦਸ਼ਾਹ ਕਹਿੰਦਾ ਪੱਦ ਮੇਰਾ ਵੀ ਨਿਕਲ ਜਾਂਦਾ। ਤੂੰ ਮੁੱਲਾਂ ਦੇ ਵੀਰਵਾਲ ਨੂੰ ਕਿਹਾ ਹਾਂ ਵੀ ਤੂੰ ਤੋੜ। ਉਹਨੇ ਕਿਹਾ ਮੇਰਾ ਵੀ ਨਿਕਲ। ਉਹਨੇ ਕਿਹਾ ਸਾਲੇ ਮੈਨੂੰ ਕਿਉਂ ਦੇਸ਼ ਮੁਲਕ ਦਿੱਤਾ ਸੀ ਹੈਂ ਵੀ ਜੇ ਤੁਹਾਡੇ ਵੀ ਪੱਦ ਨਿਕਲ ਜਾਂਦੇ ਆ ਕਚਹਿਰੀ 'ਚ ਤੇ ਮੈਨੂੰ ਤੁਸੀਂ ਮੁਲਕ ਬਦਲ ਕਿਉਂ ਕੀਤਾ ਹੈਂ? ਇਹ ਹੁਣ ਉਹੀ ਤੋੜੂਗਾ ਜਿਹਦਾ ਪੱਦ ਨਹੀਂ ਨਿਕਲਦਾ। ਉਹਨੇ ਕਿਹਾ ਜੀ ਇਹਦੇ ਸਾਡੇ ਕੋਲ ਨਹੀਂ ਵੀ ਟੁੱਟਦੇ। ਉਹਦੀ ਕੋਠੀ ਢਵਾਣੀ ਦੀ ਢਵਾਤੀ। ਇਹ ਉਹਨਾਂ ਦੀ ਆਪਸ ਹੀ ਲੱਗਦੀ ਸੀ। ਇੱਕ ਦਫਾ ਇਸ ਤਰ੍ਹਾਂ ਜਨਾਬ ਨੇ ਉਹ ਅਕਬਰ ਬਾਦਸ਼ਾਹ ਨੂੰ ਜਨਾਬ ਨੇ ਉਹਨੇ ਫਿਰ ਚੁੱਕਤਾ। ਅਕਬਰ ਬਾਦਸ਼ਾਹ ਨੇ ਮੁੱਲਾਂ ਦੇ ਪਿਆਜੇ ਨੂੰ ਕਿਹਾ ਵੀ ਗੱਲ ਸੁਣ ਮੇਰੀ, ਸਵਾਲ ਕੀਤਾ ਕਿ ਹਥਿਆਰ ਸਭ ਤੋਂ ਚੰਗਾ ਕਿਹੜਾ ਹੈ? ਉਹਨੇ ਕਿਹਾ ਜੀ ਜਿਹੜਾ ਮੌਕੇ ਤੇ ਕੰਮ ਆਏ। ਮੌਕੇ ਤੇ ਕੰਮ ਆ ਜੇ। ਉਹਨੇ ਜਨਾਬ ਲਈ ਖੈਰ ਉਹ ਜਨਾਬ ਨਾ ਠੀਕ ਹੈ। ਬਾਦਸ਼ਾਹ ਨੇ ਕੁਛ ਸੋਚ ਕੇ ਮਤਲਬ ਉਹਨੂੰ ਦੇਖਿਆ ਵੀ ਨਾ ਛੋਟੀ ਗਲੀ ਤੰਗ ਸੀ, ਉਹਦੇ ਵਿੱਚ ਜਨਾਬ ਨੇ ਬੰਦਾ ਯਾਨੀ ਕਿ ਵਾਪਸ ਨਹੀਂ ਹੋ ਸਕਦਾ ਸੀ। ਮਤਲਬ ਭੀੜੀ ਗਲੀ ਸੀ, ਯਾਨੀ ਕਿ ਇੰਨੀ ਕਿਸੇ ਦਾ ਤੁਸੀਂ ਜਾ ਸਕਦੇ ਹੋ ਤਾਂ ਔਖੇ ਸੌਖੇ ਹੋ ਗਏ, ਦੋ ਬੰਦੇ ਇਕੱਠੇ ਨਹੀਂ ਲੰਘ ਸਕਦੇ। ਅੱਗੂ ਜਨਾਬ ਲਈ ਖੂਨੀ ਹਾਥੀ ਜਿਹੜਾ ਹੁੰਦਾ ਨਾ, ਜਿਹੜੀ ਉਹਨਾਂ ਰੱਖੇ ਹੁੰਦੇ ਸੀ ਤੇ ਹੱਥ ਮਾਰਨ ਵਾਲਾ ਹਾਥੀ, ਉਹ ਛੱਡ ਦਿੱਤਾ। ਹੁਣ ਪਿੱਛੇ ਬਾਦਸ਼ਾਹ ਆ ਵਜ਼ੀਰ ਦੇ, ਅੱਗੇ ਹਾਥੀ ਆ ਤੇ ਵਿਸ਼ਕਾਰ ਹੋ। ਉਹਨੇ ਕਿਹਾ ਵੀ ਹੁਣ ਮੈਂ ਪਿੱਛੇ ਬਾਦਸ਼ਾਹ ਆ ਤੇ ਮੈਂ ਮੁੜਾਂ ਤੇ ਮੇਰੀ ਤਾਂ ਬੇਇੱਜ਼ਤੀ। ਉਹ ਖੈਰ ਚੱਲਿਆ ਜਾ ਰਿਹਾ। ਅੱਗੇ ਨਾ ਕੁੱਤੇ ਦਾ ਛੋਟਾ ਜਿਹਾ ਬੱਚਾ ਪਿਆ ਸੀ, ਕੁੱਤੀ ਸੂਈ ਹੋਈ ਸੀ ਖਦੂਰਾ। ਉਹਨੇ ਜਨਾਬ ਲਈ ਉਹ ਬੱਚਾ ਚੁੱਕਿਆ, ਹਾਥੀ ਦੇ ਮਾਰਿਆ ਸਿਰੇ 'ਚ। ਜਿਸ ਨਾਲ ਉਹਨੇ ਕੀਤਾ ਨਾ ਟਾਊਂ ਟਾਊਂ, ਹਾਥੀ ਨੇ ਸੋਚਿਆ ਵੀ ਇਹ ਕਿਹੜੀ ਬਲਾ ਆ ਗਈ। ਹਾਥੀ ਜਨਾਬ ਲਈ ਭੱਜ ਗਿਆ ਬੈਕ। ਉਹਨੇ ਕਿਹਾ ਤੇ ਭਾਈ ਮੇਰੇ ਤੋਂ ਵੱਡੀ ਕੋਈ ਬਲਾ ਹੈ। ਖੈਰ ਜਿਸ ਟਾਈਮ ਜਦ ਹਾਥੀ ਭੱਜ ਗਿਆ ਯਾਨੀ ਕਚਹਿਰੀ ਲੱਗ ਗਈ। ਉਹਨੇ ਕਿਹਾ ਜੀ ਹਾਂ ਜੀ ਤੂੰ ਵਾਕਈ, ਬਾਦਸ਼ਾਹ ਨੇ ਕਿਹਾ ਤੂੰ ਵਾਕਈ ਸੱਚਾ ਵੀ ਹਥਿਆਰ ਉਹੀ ਚੰਗਾ ਜਿਹੜਾ ਮੌਕੇ 'ਤੇ ਕੰਮ ਆਵੇ ਹੈਂ। ਯਾਨੀ ਕਿ ਇੱਕ ਬੰਦੇ ਕੋਲ ਪਿਸਟਲ ਹੈ, ਉਹਨੂੰ ਕੱਢਣ ਦਾ ਮੌਕਾ ਹੀ ਨਾ ਮਿਲੇ ਤੇ ਉਹ ਕੀ ਕਰ ਸਕਦਾ ਹੈ ਹੈਂ। ਉਹ ਜਨਾਬ ਉਹਨੇ ਕੁੱਤੇ ਦੇ ਬੱਚੇ ਕੋਈ ਕੰਮ ਲੈ ਲਿਆ ਤੇ ਆਪਣੀ ਗੱਲ ਤੇ ਪੂਰਾ ਉਤਰਿਆ। ਇਹ ਗੱਲਾਂ ਇਸ ਤਰ੍ਹਾਂ ਹੁੰਦੀਆਂ ਨੇ। ਲਓ ਜੀ ਹੁਣ ਤੁਹਾਡੀ ਵਾਰੀ ਹੈ ਜੀ। ਕਰੀ ਜਾਓ ਜੱਤੀ ਅੰਦਾ ਤੁਸੀਂ ਭਰੀ ਉਹ ਕਾਪੇ ਟੋਟੇ ਕਰ ਲੇਗਾ। ਮੈਂ ਤਾਂ ਹੀ ਵਕਫਾ ਦੇ ਰਿਹਾ ਵਿੱਚ ਰੁਕਣ ਦਾ ਵਕਫਾ ਪਿਆ। ਚਮਕੀ ਦਿਨਾਂ ਦੇ ਆ ਗਏ ਪ੍ਰਾਹੁਣੇ। ਕੈਮਰਾ ਚੱਲ ਰਿਹਾ ਜੀ, ਕੈਮਰਾ ਚੱਲ ਰਿਹਾ। ਕਿਉਂ ਬਈ? ਹਾਂ ਚਮਕੀ ਦਿਨਾਂ ਦੇ ਆ ਗਏ ਪ੍ਰਾਹੁਣੇ। ਉਹਨਾਂ ਨੇ ਕਿਹਾ ਵੀ ਸੋਨਾ ਭੈਣਾ ਕਿੱਥੇ ਬਈ?
ਚੰਗਾ ਡਰਾਂਗੇ ਵੀ ਸੋਨਾ ਕਿੱਥੇ। ਉਹਨੇ ਕਿਹਾ ਜਿੱਥੇ ਅਸੀਂ ਲਟਕਾਂਗੇ ਉੱਥੇ ਤੂੰ ਲਟਕ ਜੀ। ਜਹਾਂ ਤੋਂ ਲੜਕੇ ਲੱਗਣਾ ਗੱਲ ਵੀ ਸਹੀ ਆ। ਵੀ ਜਿੱਥੇ ਅਸੀਂ ਲਟਕਣਾ ਤੁਸੀਂ ਲਟਕ ਜੀ। ਹਾਂ। ਇਹ ਗੱਲ ਹੈ। ਪਹਿਲਾ ਜਨਾਬ ਅਲੀ ਸਾਡੇ ਨਾ ਇੱਥੇ ਨਹਿਰੀ ਪਾਣੀ ਬਹੁਤ ਜ਼ਿਆਦਾ ज़्यादा हाँ अच्छी बात भी कर दीजिए। नहरी पानी इतने सीगे भी दो दो तीन तीन ना बंदे फट्टे ला के नाके लाया करते थे। इतने खुले मोगे लगे हुए असल जेड़े पानी की नहरी। अच्छा वो जनाब उस वक्त ना उसका मोगे थोड़े सी पानी ज्यादा सी। हाँ ਇਹ ਚੀਜ਼ मोगे भी थोड़े सी ਹਾਂ ते फुल साइज लगे हुण तो बिल्कुल छोटी मशीनां करती ਇਹ ਚੀਜ਼ मोगे भी थोड़े सी ਹਾਂ ਤੇ ਫੁੱਲ ਸਾਈਜ਼ ਲੱਗੇ ਹੁਣ ਤਾਂ ਬਿਲਕੁਲ ਛੋਟੀਆਂ ਮਸ਼ੀਨਾਂ ਕਰਤੀਆਂ ਹੁਣ ਤਾਂ ਪਿੱਛੇ ਸਾਡੇ ਪੂਰੇ ਪਿੰਡ 'ਚ 2 ਮੋਗੇ ਸੀ। ਹਾਂ ਅੱਛਾ ਉਹ ਸਾਡੇ ਨਾ ਇੱਕ ਨਾਲ ਮੁਰੱਬਾ ਸੀ ਤੇ ਉਹਨਾਂ ਦੀ ਜਨਾਬ ਵਾਰੀ ਹੋ ਗਈ ਪਾਣੀ ਦੀ ਤੇ ਉਹ ਜਨਾਬ ਹੁਣ 3 ਭਰਾ ਚਾਚਾ ਜੀ ਪਾਣੀ ਲਾਉਣ ਚਲੇ। ਜਦੋਂ ਪਾਣੀ ਲਾਉਣ ਗਏ ਨਾ ਇੱਕ ਨਾਕਾ ਉਹਨਾਂ ਨੂੰ ਲਾਉਣਾ ਪੈ ਗਿਆ। ਕੱਚੇ ਨਾਕੇ ਹੁੰਦੇ ਸੀ ਹਾਂ ਬਿਲਕੁਲ ਕੱਚੇ ਹੀ ਖਾਲੇ ਸੀ। ਹੁਣ ਉਹ 2 ਜਿਹੜੇ ਟੱਪੇ ਸਿੱਟ ਜਾਂ ਜਿਹੜਾ ਟੱਪਾ ਸਿੱਟਿਆ ਕਰਨ ਹੋਗਾ ਟੱਪ ਜਿਆ ਕਰੇ ਕੋਈ ਨਾ ਗੱਲ ਬਣੇ। ਉਹਨਾਂ ਨੇ ਕਿਹਾ ਵੀ ਯਾਰ ਇੰਜ ਕਰੀਏ ਵੀ ਇੱਕ ਜਣਾ ਨਾ ਵਿੱਚ ਬੈਠੀਏ ਵੀ ਥੋੜੀ ਜਿਹੀ ਰੋਕ ਕਰੀਏ। ਹਾਂ ਬਿਲਕੁਲ ਰੋਕ ਰੱਖੇਗਾ ਇਸ ਤਰ੍ਹਾਂ ਹਾਂ ਕਰਕੇ। ਇੱਕ ਭਰਾ ਨੇ ਜਨਾਬ ਹਿੰਮਤ ਕਰੀ ਸਿਆਲੇ ਦਾ ਮੌਸਮ ਸੀਗਾ ਉਹ ਜਨਾਬ ਵਿੱਚ ਬਹਿ ਗਿਆ ਦੂਰੇ ਲਾਗੇ ਮੱਟੀ ਤੇ ਪੈਰਾਂ ਮੱਟੀ ਸੱਟਣ। ਉਹ ਤਾਂ ਜਨਾਬ ਉਹਦੀ ਗਰਦਨ ਹੀ ਬਾਹਰ ਰਹਿ ਗਈ ਬਾਪਕੇ ਸਾਰੇ ਦਬ ਪਿਆ। ਉਹ ਪਾਣੀ ਤੇ ਲਿਆ ਉਹਨਾਂ ਨੇ ਰੋਕ। ਉਹ ਕਹਿ ਰਿਹਾ ਬਾਬੇ ਦੀ ਕੁਲਵੀ ਜਾ ਉਹ ਕਹਿ ਰਿਹਾ ਬੰਦੋ ਤਾਂ ਕੱਢੋ। ਉਹਨਾਂ ਨੇ ਕਿਹਾ ਬਾ ਘੰਟੇ 2 ਕੇ ਰਹਿ ਗਏ ਆਪਣੇ ਪਾਣੀ ਦੇ ਇਹ ਤਾਂ ਔਖੇ ਸੌਖੇ ਟਪਾ ਜੇ ਹੁਣ ਤੈਨੂੰ ਕੱਢੀਏ ਤੇ ਫੇਰ ਨਾ ਟਾਈਮ ਤਾਂ ਆਪਣਾ ਟੱਪ ਜਾਣਾ। ਉਹ ਅਮੀਰ ਬਾਬਾ ਦੱਲਾ ਨਮੂਨੀਏ ਨਾਲ ਡਰ ਗਿਆ ਵਿਚਾਰਾ ਤੇ ਉਹ ਵਧੀ ਨਾਲ ਬਚਿਆ। ਇਸ ਤਰ੍ਹਾਂ ਤੇ ਹੁਣ ਉਹ ਹਾਲਤ ਆ ਵੀ ਹੁਣ ਜਨਾਬ ਮੇਰੀ ਪੂਰੇ ਮੁਰੱਬੇ ਦੀ ਵਾਰੀ ਨਾਲ ਯਕੀਨ ਕਰ ਦੁਹਾੜਾ ਜਾਂ ਕਿੱਲਾ ਪਿੱਛਾ ਹੁੰਦਾ। ਇਵੇਂ ਹੀ ਉਦੋਂ 6-6 7-7 ਕਿੱਲੇ ਜਨਾਬ ਵਾਲੀ ਪਿੱਛਾ ਹੋਇਆ ਕਰਦੇ ਇਤਨਾ ਪਾਣੀ ਸੀ। ਉਸ ਵਕਤ ਦੇ ਵਿੱਚ ਨਾ ਬੜੇ ਤਕੜੇ ਜਵਾਨ ਹੁੰਦੇ ਸੀ ਤੇ ਉਹ ਝੱਲ ਲੈਂਦੇ ਸੀ ਠੰਡ ਵੀ ਚੱਲਦੇ ਅੱਜ ਕੱਲ ਦਾ ਹੁੰਦਾ ਮਰ ਜਾਂਦਾ। ਉਹਨੇ ਉਹ ਪਾਣੀ ਨਹੀਂ ਲਾਇਆ ਹੁਣ ਦਿੱਤਾ ਵਿੱਚ ਆਪਣਾ ਬੈਠ ਕੇ 2-3 ਘੰਟੇ ਵਿੱਚ ਟਪਾ ਦਿੱਤਾ। ਸਾਡਾ ਇੱਕ ਬਜ਼ੁਰਗ ਗਿਆ ਤੇ ਅੱਗੇ ਆਪਣੇ ਰਿਸ਼ਤੇਦਾਰ ਨੇ। ਅੱਛਾ ਉਹ ਵੀ ਬਜ਼ੁਰਗ ਕੋ ਢੇਰ ਤਕੜਾ ਸੀ। ਹਾਂ ਉੱਥੇ ਜੀ ਗਏ ਆ ਤੇ ਅੱਗੋਂ ਨਾ ਜੀ ਉਸ ਦੀ ਖਾਣੇ ਦਾ ਟਾਈਮ ਹੋ ਗਿਆ। ਅੱਛਾ ਉਹਨੇ ਕਨਾਲੀ ਚਾਵਲਾਂ ਦੀ ਲਿਆਂਦੀ। ਵਾਹ ਇੱਕ ਦੇਸੀ ਘਿਓ ਦੀ ਲਿਆਂਦੀ। ਅੱਛਾ ਸ਼ੱਕਰ ਲੈਂਦੀ। ਕੋਈ ਕਨਾਲੀ ਸਰਕਾਰ ਮੇਰੀ ਬੂਰੇ ਦੀ ਲਿਆਂਦੀ। ਅੱਛਾ ਬੂਰਾ ਹਾਂ ਬੂਰਾ ਸਿੱਟਿਆ ਜੀ ਚੌਲਾਂ ਨੂੰ ਸਿੱਧਾ ਪੱਧਰਾ ਕਰਕੇ ਅੱਛਾ ਅੱਧੀ ਕਨਾਲੀ ਹਾਂ ਤੇ ਸਰਕਾਰ ਦੇਚਕੀ ਵਿੱਚ ਦੇਸੀ ਘਿਓ ਦੀ ਦੇਸੀ ਸਾਰੀ ਘਿਓ ਪਾਰ ਘਿਓ ਹੀ ਘਿਓ ਨਜ਼ਰ ਆਵੇ। ਹੁਣ ਉਹਨੂੰ ਕਿਹਾ ਖਾ ਹੋ ਕਹਿੰਦਾ ਮੈਂ ਤਾਂ ਰੱਖ ਕੇ ਅੱਛਾ ਵੀ ਮੇਰੇ ਕੋਲ ਨਹੀਂ ਭਾਈ ਖਾਈ। ਹਾਂ ਉਹਨੇ ਕਿਹਾ ਜੇ ਖਾਓਗੇ ਨਹੀਂ ਫਿਰ ਕਮਾਓਗੇ ਕਿਆ। ਅਖੀਰ ਜੀ ਬੜੀ ਮੁਸ਼ਕਲ ਨਾਲ ਕਹਿ ਰਿਹਾ ਮੈਂ 2 ਚਮਚੇ ਲਾਈਆਂ ਪਰ ਮੈਨੂੰ ਨਾ ਸਾਰੀ ਰਾਤ ਦੇਸੀ ਘਿਓ ਦੀ ਡਕਾਰ ਹੀ ਆਉਂਦੀ ਹੈ। ਖੈਰ ਉਹਨੇ ਕਿਹਾ ਅੱਛਾ ਚੱਲ ਪਰਾਂ ਹੋ ਵੀ ਤੂੰ ਨਹੀਂ ਖਾਣ ਵਾਲੀ ਗੱਲ ਤੂੰ ਸਕੂਨ ਨਾ ਪੈ ਤੇ ਹੁੱਕਾ ਪੀ। ਖੈਰ ਜੀ ਕਹਿੰਦਾ ਜੀ ਉਸਨੇ ਨਾ ਸਾਡੇ ਰਿਸ਼ਤੇਦਾਰ ਨੇ ਭਾਈ ਜੀ ਉਹ ਕਨਾਲੀ ਉਹ ਸਾਂਭੀ ਘਿਓ ਸ਼ਿਓ ਪੂਰਾ ਸ਼ੂਰਾ ਹਰ ਸ਼ੈ ਖਾ ਗਿਆ ਕਹਿੰਦਾ ਮੈਂ ਸੋਚਿਆ ਵੀ ਗੱਲ ਇਹ ਵੀ ਖਾ ਤਾਂ ਗਿਆ ਪਚਾਊਗਾ ਕਿਵੇਂ। ਸਹੀ ਗੱਲ। ਖੈਰ ਜੀ ਕੋਈ 2 ਘੰਟੇ ਟੱਪੇ। ਹਾਂ ਉਸ ਤੋਂ ਬਾਅਦ ਜੋ ਮਾਲ ਡੰਗਰ ਨੂੰ ਬਾਹਨ ਨੂੰ ਰੱਬਰ ਬੜਾ ਤਕੜਾ ਜਵਾਨ। ਹਾਂ ਜਿਸ ਟਾਈਮ ਹੋਈ ਨਾ ਤਹਜਦ ਦਾ ਟਾਈਮ ਬਸ ਸਰਕਾਰ ਮੇਰੀ ਉਹ ਤਾਂ ਜੀ ਕੜਾਹੇ ਚੱਕੇ। ਅੱਛਾ ਕੜਾਹੇ ਦੇ ਗੇੜੇ ਚੰਗੇ ਦਿੱਤੇ। ਅੱਛਾ ਫਿਰ ਉਸ ਤੋਂ ਬਾਅਦ ਪੱਗਰ ਆਇਆ ਹੈ ਤੇ ਰੰਗ ਤਾਂ ਸਾਡੇ ਵਰਗੇ ਸੀਗਾ। ਉਸ ਰੰਗਾਂ ਲੰਗੋਟਾ ਪਾਇਆ ਸੀਗਾ ਬਿਜਲੀ ਲਸਕੇ ਜਿਵੇਂ ਨਾ ਵੀ ਸਿਰ ਤੋਂ ਲੈ ਕੇ ਪੈਰਾਂ ਤੇ ਚਮਕ ਮਾਰੇ ਪਸੀਨੇ ਦੀ। ਉਸ ਤੋਂ ਬਾਅਦ ਜੀ ਬੇਲਣੇ ਦੀ ਇੱਕ ਗੋਗੜ ਜੀ ਪਈ ਹੁੰਦੀ ਸੀ। ਉਹਨੇ ਉਸਦੇ ਬਾਲੇ ਬੁੱਲੇ ਕੱਢ ਕੁੜ ਕੇ ਜੀ 2 ਗੋਗੜਾ ਹੁੰਦੀਆਂ ਹੁੰਦੇ ਸੀ। ਇੱਕ ਨੂੰ ਕਹਿੰਦੇ ਸੀ ਬਾਂਦਰੀ। ਆਹੋ ਛੋਟੀ ਬਾਂਦਰੀ ਹਾਂ ਛੋਟੀ ਜਿਹੜੀ ਹੁੰਦੀ ਉਹਦਾ ਨਾਂ ਸੀ ਬਾਂਦਰੀ। ਹਾਂ ਜਿਹੜੀਆਂ ਵੱਡੀਆਂ ਸੀ ਉਹ ਗੋਗੜਾ ਹੁੰਦੀਆਂ। ਖੈਰ ਜੀ ਉਹਨੇ ਚੰਗੇ ਆਪਣਾ ਉਹਦੇ ਬਾਲੇ ਬੁੱਲੇ ਕੱਢੇ ਜੀ ਰੱਖ ਤਿਆਰ ਰੱਖਣ ਤੋਂ ਬਾਅਦ ਫਿਰ ਉਸਨੇ ਜੀ ਡੰਡ ਕੱਢਣੇ ਸ਼ੁਰੂ ਕਰ ਯਾਨੀ ਕਿ ਉਹ ਆਪਣਾ ਜਿਹੜਾ ਖਾਇਆ ਪੀਆ ਤਾਂ ਉਹ ਪੂਰਾ ਹਜਮ ਕਰਿਆ ਫਿਰ ਬੈਠਕਾਂ ਮਾਰੀ। ਅਖੀਰ ਜੀ ਸੁਬਾਹ ਦਾ ਟਾਈਮ ਹੋ ਗਿਆ ਜ਼ਾਨਾ ਤੋਂ ਬਾਅਦ ਫਿਰ ਜੀ ਉਹਨੇ ਬੱਸ ਕਰੀ ਤੇ ਸਿਰ ਤੋਂ ਲੈ ਕੇ ਪੈਰਾਂ ਦੀ ਪੱਗਰ ਬਸ ਫਿਰ ਜੀ ਆਪਣੇ ਨਾਲ ਉਹ ਪਸੀਨਾ ਸੁਕਾਇਆ ਉਹਨੇ ਉਹ ਲੋਕ ਖੁਰਾਕਾਂ ਖਾਂਦੇ ਸੀ ਨਾ ਤੇ ਉਹਨਾਂ ਨੂੰ ਪਛਾਣ ਦਾ ਚੱਜ ਵੀ ਥਾ। ਹੁਣ ਤਾਂ ਨਾ ਮੇਦੇ ਆ ਨਾ ਜਨਾਬ ਜਾਨਾ। ਜਿਸ ਬੰਦੇ ਦੀ ਗੱਲ ਸਰਦਾਰ ਨੇ ਕੀਤੀ ਨਾ ਉਹ
ਸਾਡੇ ਕੋਲ ਕਿੱਥੇ ਗੁਜਰਾਤ ਚਲਾ ਗਿਆ ਸ਼ਾਦੀ ਹਾਂ ਉਹ ਸਾਡਾ ਫੁੱਫਾ ਹੀ ਲੱਗਦਾ ਸੀ ਠੀਕ ਹੈ ਉਹ ਚਲਾ ਗਿਆ ਗੁਜਰਾਤ ਤੇ ਸ਼ਾਦੀ ਸੀ ਸਾਡੀ ਭੈਣਾਂ ਦੀ ਹਾਂ ਜਲੇਬੀ ਲੱਡੂ ਵੀ ਬੜੇ ਨਿਕਲਦੇ ਸੀ ਹਾਂ ਤੇ ਜਲੇਬੀਆਂ ਨਿਕਲ ਰਹੀਆਂ ਸੀ ਕੋਈ ਜਨਾਬੇ ਦਾ ਪ੍ਰਾਂਤ ਦੀ ਚੰਗੀ ਪਹਿਲੀ ਜਿਹੜੀ ਪਰ ਨਿਕਲੀ ਨਾ ਹਾਂ ਤੇ ਉਹ ਕਹਿਣ ਲੱਗਾ ਤਾਏ ਸਾਡਾ ਬਾਦਸ਼ਾਹ ਉਹਨੂੰ ਅਬਦੁਲ ਗਫੂਰ ਨਾਂ ਸੀ ਤੇ ਜਿਹਨੂੰ ਬਾਦਸ਼ਾਹ ਕਹਿੰਦੇ ਸੀ ਹਾਂ ਉਹਨੇ ਕਿਹਾ ਬਾਦਸ਼ਾਹ ਮੈਂ ਚੱਖ ਲਵਾਂ ਹਾਂ ਵਿੱਚ ਖਾਓ ਤਾਂ ਸਹੀ ਜਲੇਬੀਆਂ ਮਿੱਠਾ ਵੀ ਪੂਰਾ ਕਿ ਨਹੀਂ ਪੂਰਾ ਉਹਨੇ ਕਿਹਾ ਚੱਖ ਲੈ ਅੱਛਾ ਉਹ ਪ੍ਰਾਂਤ ਲੈ ਕੇ ਬਹਿ ਗਿਆ ਇੱਕ ਮੰਜੀ ਦੇ ਉੱਤੇ ਉਹ ਚੱਖਣ ਚ ਪੂਰੀ ਪ੍ਰਾਂਤ ਦੀ ਲੱਗੀ ਉਹਦੀ ਖਾ ਬੜੀ ਖਰਾਬ ਸੀ ਬੜਾ ਜਵਾਨ ਸੀ ਉਸ ਤੋਂ ਬਾਅਦ ਹੀ ਖੈਰ ਆਪਣਾ ਨਾ ਜਿਸ ਤਰ੍ਹਾਂ ਪਸੀਨਾ ਸੁੱਕ ਗਿਆ ਨਹਾਇਆ ਨੁਹਾਇਆ ਮਾਲ ਡੰਗਰ ਨੂੰ ਬੰਨਿਆ ਔਰ ਇੱਕ ਦਫਾ ਤਾਂ ਵਾਕਿਆ ਐਸਾ ਹੋਇਆ ਕਿ ਸਾਡੇ ਸਰਕਾਰ ਉਹ ਵਡਕੇ ਦੀ ਨਾ ਉਸ ਦੀ ਝੋਟੀ ਨਵੇਂ ਦੁੱਧ ਨਾ ਹੋ ਅੱਛਾ ਉਸਨੇ ਕਮਰੇ ਦੇ ਅੰਦਰ ਵਾੜਤੀ ਝੋਟਾ ਵੀ ਵਾੜਦਾ ਤੇ ਝੋਟਾ ਜਾ ਰਿਹਾ ਸੀ ਗਲੀ 'ਚ ਡੰਗਰ ਲਈ ਮਸ ਬੰਦਾ ਉਹ ਝੋਟਾ ਕੰਨ ਤੋਂ ਹੋੜਿਆ ਉਹ ਵੀ ਅੰਦਰ ਅੱਛਾ ਵਡੇਵਿਆਂ ਦਾ ਜੀ ਕੜਾਹਾ ਭਰਤਿਆ ਉਹਨੇ ਕਿਹਾ ਲੈ ਜੀ ਖਾ ਜਦੋਂ ਨਵੀਂ ਹੋਊਗੀ ਫੇਰ ਹੀ ਵਾਪਸ ਹੀ ਮਿਲਣਾ ਉਹ ਕਹਿੰਦੇ ਨੇ ਸਾਡਾ ਝੋਟਾ ਦੇਗਾ ਝੋਟਾ ਕੋਈ ਲੰਬਰਦਾਰ ਵੀ ਥਾ ਬੰਦੇ ਹਯਾ ਵੀ ਬੜੀ ਕਰਦੇ ਖੈਰ ਜੀ ਫਿਰ ਜਦੋਂ ਰਹਿ ਰੂ ਗਈ ਨਾ ਮਸਲ ਵੀ ਨਵੀਂ ਹੋ ਗਈ ਫੇਰ ਉਹਨੇ ਕਿਹਾ ਝੋਟਾ ਲੈ ਜਾਓ ਬੰਦੇ ਮਸਲ ਵੀ ਆਪਣਾ ਇਤਨੀ ਹਯਾ ਕੀ ਡਰਦੇ ਵੀ ਕਿਉਂਕਿ ਬੜਾ ਮਸਲਾ ਤਕੜਾ ਜਵਾਨ ਅਖੀਰ ਜੀ ਮਾਮਲਾ ਇਕੱਠਾ ਕਰਿਆ ਮਾਮਲਾ ਭਰਨ ਜਾ ਰਹੇ ਸ਼ਹਿਰ ਚੌਕੀਦਾਰ ਤੇ ਉਹ ਅੱਗੇ ਇੱਕ ਪਿੰਡ ਦੇ ਵਿੱਚ ਚੌਧਰੀ ਬੰਦੇ ਨੇ ਅੰਗਰੇਜ਼ ਨੂੰ ਬੁਲਾਇਆ ਉਸਨੇ ਜੋ ਆਪਣੇ ਨਾ ਕੋਈ 3 ਮਣ ਸੀ ਜਾਂ 4 ਮਣ ਦੀ ਵਜ਼ਨ ਸੀਗਾ ਉਹ ਜੀ ਵਜ਼ਨ ਨਾ ਉਸਨੇ ਇੱਕ ਬਾਲਾ ਕੱਢੇ ਜਿਹੜਾ ਉਹ ਮੀਆਂ ਆਪਣੇ ਨਾ ਉਹਨੂੰ ਮੈਂ ਲਿਆਰੀ ਮੱਝ ਤੋਂ ਇੱਕ ਬਾਲਾ ਕੱਢੇ ਉਹਨੂੰ ਇਨਾਮ ਚ ਮੱਝ ਮਿਲੀ ਹਾਂ ਵਾਹ ਬੜੇ ਬੜੇ ਜਵਾਨਾਂ ਨੇ ਖੈਰ ਜੀ ਕਿਸੇ ਕੋਲ ਨਹੀਂ ਜੀ ਨਿਕਲਿਆ ਅਖੀਰ ਜੀ ਚੌਕੀਦਾਰ ਵੀ ਕਹਿਣ ਲੱਗਾ ਵੀ ਲੰਬਰਦਾਰ ਆ ਯਾਰ ਦੇਖੀਏ ਸੀ ਕਿਆ ਹੋ ਰਿਹਾ ਉਹਨੇ ਕਿਹਾ ਚਲੋ ਲੰਬਰਦਾਰ ਦਾ ਮਾਸ਼ਾਅੱਲਾ ਕੱਦ ਬੜਾ ਸੀ ਠੀਕ ਕਰੋ ਪਿੱਛੇ ਹੀ ਦੇਖ ਕੇ ਮੈਂ ਜੱਜਮੈਂਟ ਕਰ ਗਿਆ ਵੀ ਇਹ ਕੁਸ਼ਤੀ ਨਹੀਂ खत्म बाय बाय टाटा गुड बाय गया